ਸਤਿ ਸ਼੍ਰੀ ਅਕਾਲ ਜੀ ਨੂੰ ਪ੍ਰਣਾਮ ਨਮਸਕਾਰ। ਅੱਜ ਆਪਾਂ ਜੋ ਐਪ ਦੀ ਤੀਜੀ ਕਲਾਸ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ। ਅੱਜ ਦਾ ਟੌਪਿਕ ਹੈ ਸਾਡਾ ਰਾਜਾ ਰਾਮ ਮੋਹਨ ਰਾਏ ਲਾਇਬ੍ਰੇਰੀ ਸੰਸਥਾਨ। ਇਸ ਨੂੰ ਹੀ RRRLF ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਰ ਦਾ ਵਿੱਚ ਆਪਾਂ ਗੱਲ ਕਰੀਏ ਰਾਜਾ, ਇਹ ਨਾਂ ਤੁਸੀਂ ਨੋਟ ਕਰ ਲੈਣਾ ਹੈ। ਰਾਮ ਮੋਹਨ ਰਾਏ ਲਾइब्रेरी फाउंडेशन RRLF ए दा पूरा नाम है राजा राम मोहन राय लाइब्रेरी संस्थान या फाउंडेशन। इसे प्रकार तुसी लिख लेना है। कई बार यदि फुल फॉर्म है वो पूछी जाती है। चलो आप अगे इस पढ़ीए तो राजा राम मोहन राय की सब तो पहला आप जीवनी पढ़ांगे। जीवनी आप गल करिए, राजा राम मोहन राय बंगाल के एक कवि सन। इन्हां दा जन्म 22 मई 1772 ईस्वी ਨੂੰ ਰਾਧਾ ਨਗਰ ਬੰਗਾਲ ਦੇ ਵਿੱਚ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ ਸੀ ਜੀ। ਇਹਨਾਂ ਨੇ ਸਭ ਤੋਂ ਵੱਡਾ ਸਮਾਜਿਕ ਕੰਮ ਇਹ ਕੀਤਾ ਸੀ ਕਿ 1829 ਈਸਵੀ ਵਿੱਚ ਲਾਰਡ ਮਾਊਂਟਬੈਟਨ ਦੇ ਸਮੇਂ ਸਤੀ ਪ੍ਰਥਾ ਉੱਤੇ ਰੋਕ ਲਗਾਉਣ ਦਾ ਕੰਮ ਕੀਤਾ ਸੀ ਜੀ। ਇਸ ਤੋਂ ਇਲਾਵਾ ਗੱਲ ਕਰੀਏ ਬੰਗਾਲ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੂੰ ਨਵੇਂ ਯੁੱਗ ਦੇ ਪਿਤਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜੀ। ਇਸ ਸੰਸਥਾ ਦੁਆਰਾ ਭਾਰਤ ਵਿੱਚ ਰਾਸ਼ਟਰੀ ਨੀਤੀ ਦਾ ਨਿਰਧਾਰਨ ਕੀਤਾ ਜਾਂਦਾ ਹੈ। ਇਹ ਕੁਐਸਚਨ ਹੁਣ PSSB एग्जाम 2021 ਦੇ ਈਸਵੀ ਵਿੱਚ ਕੀਤਾ ਜਾਂਦਾ ਹੈ ਕਿ ਭਾਰਤ ਦੇ ਵਿੱਚ ਲਾਇਬ੍ਰੇਰੀਆਂ ਸੰਬੰਧੀ ਭਾਰਤੀ ਰਾਸ਼ਟਰੀ ਨੀਤੀ ਦਾ ਨਿਰਮਾਣ ਕੌਣ ਕਰਦਾ ਹੈ। ਤਾਂ ਉਸ ਦਾ ਉੱਤਰ ਸੀ RRLF ਰਾਜਾ ਰਾਮ ਮੋਹਨ ਰਾਏ ਲਾਇਬ੍ਰੇਰੀ ਫਾਊਂਡੇਸ਼ਨ। ਤੁਹਾਨੂੰ ਦੁਬਾਰਾ ਸਮਝਾ ਦੇਣਾ, ਰਾਜਾ ਰਾਮ ਮੋਹਨ ਲਾਇਬ੍ਰੇਰੀ ਸੰਸਥਾਨ ਆਪਾਂ ਪੜ੍ਹ ਰਹੇ ਹਾਂ। ਜੀਵਨੀ ਵਿਵਰਣ ਦੀ ਆਪਾਂ ਗੱਲ ਕਰੀਏ ਤਾਂ ਰਾਜਾ ਰਾਮ ਮੋਹਨ ਰਾਏ ਬੰਗਾਲ ਦੇ ਕਵੀ ਸਨ। ਇਹਨਾਂ ਦਾ ਜਨਮ 22 ਮਈ 1772 ਈਸਵੀ ਨੂੰ ਰਾਧਾ ਨਗਰ ਬੰਗਾਲ ਦੇ ਵਿੱਚ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ ਸੀ ਜੀ। ਇਹਨਾਂ ਨੇ ਸਭ ਤੋਂ ਵੱਡਾ ਸਮਾਜਿਕ ਕੰਮ 1829 ਈਸਵੀ ਲਾਰਡ ਮਾਊਂਟਬੈਟਨ ਦੇ ਸਮੇਂ ਵਿੱਚ ਕੀਤਾ ਸੀ। ਇਹ ਕਬ ਸੀ ਕਿ ਸਤੀ ਪ੍ਰਥਾ ਤੇ ਇਹਨਾਂ ਨੇ ਰੋਕ ਲਗਾ ਦਿੱਤੀ ਸੀ। ਬੰਗਾਲ ਵਿੱਚ ਰਾਜਾ ਰਾਮ ਮੋਹਨ ਰਾਏ ਨੂੰ ਨਵੇਂ ਯੁੱਗ ਦੇ ਪਿਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਸ ਸੰਸਥਾ ਦੁਆਰਾ ਹੀ ਭਾਰਤ ਵਿੱਚ ਭਾਰਤੀ ਰਾਸ਼ਟਰੀ ਨੀਤੀ ਦਾ ਨਿਰਧਾਰਨ RRLF ਦੁਆਰਾ ਵੀ ਕੀਤਾ ਜਾਂਦਾ ਹੈ। ਅੱਗੇ ਆਪਾਂ ਗੱਲ ਕਰੀਏ ਤਾਂ ਇਸ ਸੰਸਥਾ ਦੀ ਸਥਾਪਨਾ ਕੀ ਹੈ। ਇਸ ਸੰਸਥਾ ਦੀ ਸਥਾਪਨਾ ਮਤਲਬ RRLF ਦੀ ਸਥਾਪਨਾ ਦੀ ਆਪਾਂ ਗੱਲ ਕਰੀਏ ਤਾਂ RRLF ਦੀ ਸਥਾਪਨਾ ਹੈ ਜੋ ਉਹ 22 ਮਈ 1972 ਈਸਵੀ ਨੂੰ ਕਲਕੱਤਾ ਵਿਖੇ ਕੀਤੀ ਗਈ ਸੀ। RRLF है खुद एक केंद्रीय निजी संगठन मतलब सेंट्रल ऑटोनोमस ऑर्गेनाइजेशन है जो भारत सरकार इंडिया गवर्नमेंट के मिनिस्ट्री ऑफ कल्चर नवी दिल्ली वाला क्वेश्चन DSSB ਦੇ एग्जाम ਵਿੱਚ पूछा गया क्वेश्चन है। इस संस्था ਨੂੰ सहायता है भारत की राष्ट्रीय लाइब्रेरी नेशनल लाइब्रेरी ऑफ इंडिया जो इस समय कलकत्ता विखे स्थित है। RRLF ਨੂੰ सहायता प्रदान कर रहा जी। ये एक रजिस्टर्ड संस्था है। इस संस्था का रजिस्ट्रेशन है सन 1961 ईस्वी के वैस्ट बंगाल सोसाइटी रजिस्ट्रेशन के एक्ट के अधीन इसका रजिस्ट्रेशन होया है। 1972 ईस्वी राजा राम मोहन लाइब्रेरी की स्थापना के पिछे मुख्य 3 कारण सन। पहला कारण ये सी कि राजा राम मोहन राय के जन्म के 200 साल पूरे हुए सी। दूजा कारण ये सी कि 1972 ईस्वी यूनेस्को द्वारा पूरे विश्व अंतरराष्ट्रीय किताबरा इंटरनेशनल बुक ईयर के रूप में मनाया गया सी, जिसकी थीम थी किताबां सारिਆਂ ਲਈ बुक्स फॉर ऑल। तीजा कारण यह सी कि भारतीय आज़ादी के 25 वर्ष पूर्ण हुए सन। इस मौके पर भारत सरकार सिल्वर जुबली है जो मना रही सी। इस संस्था का नारा है नॉलेज फॉर ऑल ज्ञान सारिਆਂ ਲਈ। पर याद रखना है कि 1972 ईस्वी यूनेस्को ने 2 इंटरनेशनल बुक ईयर मनाया सी। उसकी थीम बुक्स फॉर ऑल है, परंतु RRLF का मोटो है वो है नॉलेज फॉर ऑल। ਇਹਨੂੰ मैं ਤੁਹਾਨੂੰ ਦੁਬਾਰਾ ਸਮਝਾ ਦੇਣਾ। ਅੱਜ ਦਾ ਟੌਪਿਕ ਸਾਡਾ ਚੱਲ ਰਿਹਾ ਹੈ ਰਾਜਾ ਰਾਮ ਮੋਹਨ ਰਾਏ ਲਾਇਬ੍ਰੇਰੀ ਫਾਊਂਡੇਸ਼ਨ। ਇਸ ਸੰਸਥਾ ਦੀ ਸਥਾਪਨਾ 22 ਮਈ 1972 ਈਸਵੀ ਨੂੰ ਕਲਕੱਤਾ ਵਿਖੇ ਹੋਈ ਸੀ ਜੀ। ਇਹ ਇੱਕ ਕੇਂਦਰੀ ਨਿੱਜੀ ਸੰਗਠਨ ਹੈ मतलब सेंट्रल ऑटोनोमस ऑर्गेनाइजेशन है जो भारत सरकार के मिनिस्ट्री ऑफ कल्चर नवी दिल्ली के अधीन एक काम कर रहा है। इस संस्था ਨੂੰ सहायता भारतीय राष्ट्रीय लाइब्रेरी कलकत्ता इसमें कर रही है। ये एक रजिस्टर्ड संस्था है। इस संस्था का रजिस्ट्रेशन 1961 ईस्वी के वैस्ट बंगाल सोसाइटी रजिस्ट्रेशन एक्ट के अधीन होया है। 1972 ईस्वी राजा राम मोहन राय लाइब्रेरी फाउंडेशन की स्थापना के पिछे मुख्य 3 कारण से। पहला कारण से कि राजा राम मोहन राय ਨੂੰ जन्म के 200 वरे पूर्ण हुए सी। इस तो इलावा
ਦੂਜਾ ਕਾਰਨ ਇਹ ਸੀ 1972 ਈਸਵੀ ਵਿੱਚ ਯੂਨੈਸਕੋ ਦੁਆਰਾ ਪੂਰੇ ਵਿਸ਼ਵ ਨੂੰ ਵਿੱਚ ਅੰਤਰਰਾਸ਼ਟਰੀ ਕਿਤਾਬਰਾ ਇੰਟਰਨੈਸ਼ਨਲ ਬੁੱਕ ਈਅਰ ਦੇ ਰੂਪ ਵਿੱਚ ਮਨਾਇਆ ਗਿਆ ਸੀ, ਜਿਸ ਦੀ ਥੀਮ ਸੀ ਬੁੱਕਸ ਫॉर ਆਲ। ਤੀਜਾ ਕਾਰਨ ਸੀ ਭਾਰਤੀ ਆਜ਼ਾਦੀ ਦੇ 25 ਵਰ੍ਹ ਪੂਰਨ ਹੋਏ ਸਨ। ਇਸ ਮੌਕੇ ਤੇ ਪੂਰਾ ਭਾਰਤ ਸਿਲਵਰ ਜੁਬਲੀ ਮਨਾ ਰਿਹਾ ਸੀ, ਜਿਸ ਇਸ ਸੰਸਥਾ ਦਾ ਨਾਰਾ ਹੈ ਗਿਆਨ ਸਾਰਿਆਂ ਲਈ, ਨੌਲੇਜ ਫॉर ਆਲ। ਇਹ ਸੰਸਥਾ ਜੋ RRF ਦੀ ਆਪਾਂ ਗੱਲ ਕਰੀਏ, ਇਹ ਸੰਸਥਾ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕਿਆ ਕਿਸ ਨਾਲ ਸੰਬੰਧਿਤ ਹੈ। ਇਹ ਸੰਸਥਾ ਹੈ ਜੋ ਹੈ ਸੱਭਿਆਚਾਰ ਵਿਭਾਗ ਕਲਚਰਲ ਡਿਪਾਰਟਮੈਂਟ ਨਾਲ ਸੰਬੰਧਿਤ ਹੁੰਦੀ ਹੈ। ਇਸ ਲਈ ਇੰਡੀਅਨ ਕਲਚਰ ਮਿਨਿਸਟਰੀ ਹੈ, ਭਾਰਤ ਦਾ ਸੱਭਿਆਚਾਰਕ ਮੰਤਰੀ ਇਸ ਦੀ ਜੋ ਹੈ ਪ੍ਰਧਾਨਗੀ ਕਰਦਾ ਹੈ। ਤੇ ਇਸ ਦੁਆਰਾ ਇੱਕ ਕਮੇਟੀ ਦਾ ਨਿਰਮਾਣ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਕੁੱਲ 22 ਮੈਂਬਰ ਹੁੰਦੇ ਹਨ। ਇਸ ਤੋਂ ਇਲਾਵਾ ਇਹਨਾਂ ਮੈਂਬਰਾਂ ਨੂੰ ਭਾਰਤ ਸਰਕਾਰ ਵੱਲੋਂ ਨਾਮਜ਼ਦ ਮਤਲਬ ਨੋਮੀਨੇਟਡ ਕੀਤਾ ਜਾਂਦਾ ਹੈ, ਜਿਨ੍ਹਾਂ ਮੈਂਬਰਾਂ ਨੂੰ ਸੰਸਥਾਪਕ ਹੈ ਜੋ ਕਿਹਾ ਜਾਂਦਾ ਹੈ। ਦੁਬਾਰਾ ਸਮਝ ਲਓ, ਇਸ ਸੰਸਥਾ ਦਾ ਨਾਰਾ ਮਤਲਬ RRF ਦਾ ਨਾਰਾ ਹੈ ਨੌਲੇਜ ਫॉर ਆਲ। ਇਹ ਸੰਸਥਾ ਭਾਰਤ ਸਰਕਾਰ ਦੇ ਸੱਭਿਆਚਾਰਕ ਵਿਭਾਗ ਮਤਲਬ ਮਿਨਿਸਟਰੀ ਆਫ ਕਲਚਰ ਨਾਲ ਜੁੜੀ ਹੁੰਦੀ ਹੈ, ਤਾਂ ਭਾਰਤ ਦਾ ਸੱਭਿਆਚਾਰਕ ਮੰਤਰੀ ਮਤਲਬ ਮਿਨਿਸਟਰੀ ਆਫ ਕਲਚਰ ਇਸ ਦੀ ਪ੍ਰਧਾਨਗੀ ਕਰਦਾ ਹੈ। ਇਸ ਦੇ ਦੁਆਰਾ ਇੱਕ ਕਮੇਟੀ ਦਾ ਨਿਰਮਾਣ ਕੀਤਾ ਜਾਂਦਾ ਹੈ, ਜਿਸ ਵਿੱਚ ਕੁੱਲ 22 ਮੈਂਬਰ ਹੁੰਦੇ ਹਨ। ਇਹਨਾਂ ਮੈਂਬਰਾਂ ਨੂੰ ਭਾਰਤ ਸਰਕਾਰ ਵੱਲੋਂ ਨਾਮਜ਼ਦ ਨੋਮੀਨੇਟਡ ਕੀਤਾ ਜਾਂਦਾ ਹੈ ਅਤੇ ਇਹਨਾਂ ਮੈਂਬਰਾਂ ਨੂੰ ਸੰਸਥਾਪਕ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਸੰਸਥਾਪਕ ਕਿਹਾ ਜਾਂਦਾ ਹੈ। ਅੱਗੇ ਆਪਾਂ RRF ਨੂੰ ਅੱਗੇ ਪੜ੍ਹੀਏ। ਅੱਗੇ ਇਸ ਦੇ ਵਿੱਚ ਗੱਲ ਆ ਰਹੀ ਹੈ ਕਿ ਅੱਗੇ ਆਪਾਂ ਪੜ੍ਹੀਏ RRF। ਤਾਂ ਇਸ ਦੇ ਵਿੱਚ ਅੱਜ ਦਾ ਸਾਡਾ ਬਹੁਤ ਸੋਹਣਾ ਟੌਪਿਕ RRF ਚੱਲ ਰਿਹਾ ਹੈ। RRF ਦੀ ਆਪਾਂ ਗੱਲ ਕਰੀਏ, ਹਰ ਇੱਕ ਰਾਜ ਜੋ ਵੀ ਸਟੇਟਾਂ ਨੇ, ਇਸ ਦੀ ਹਰ ਇੱਕ ਸਟੇਟ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਸ ਦੀ ਇੱਕ ਰਾਜ ਪੱਧਰੀ ਕਮੇਟੀ ਹੁੰਦੀ ਹੈ, ਜਿਸ ਨੂੰ ਸਟੇਟ ਲੈਵਲ ਕਮੇਟੀ ਆਪਾਂ ਕਹੀਏ ਤਾਂ ਇਸ ਨੂੰ ਇਸ ਨੂੰ ਸ਼ੋਰਟ ਦੇ ਵਿੱਚ SLC ਮਤਲਬ ਇਸ ਦਾ ਸਟੇਟ, L ਦਾ ਲੈਵਲ, C ਫॉर ਕਮੇਟੀ ਹੁੰਦੀ ਹੈ ਕਿਹਾ ਜਾਂਦਾ ਹੈ। ਇਹਨਾਂ ਰਾਜ ਪੱਧਰੀ ਕਮੇਟੀ ਦਾ ਜੋ ਮੁਖੀ ਹੁੰਦਾ ਹੈ ਉਹਨਾਂ ਨੂੰ ਕਨਵੀਨਰ ਕਿਹਾ ਜਾਂਦਾ ਹੈ। ਇਹ ਵੀ ਕੁਐਸਚਨ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਆਇਆ ਹੋਇਆ ਹੈ। ਅੱਜ ਇਸ ਸੰਸਥਾ ਦੀ ਪ੍ਰਧਾਨਗੀ ਦਾ ਆਪਾਂ ਗੱਲ ਕਰੀਏ, ਡਾਇਰੈਕਟਰ ਜਨਰਲ ਦੁਆਰਾ ਕੀਤੀ ਜਾਂਦੀ ਹੈ। ਇਸ ਸਮੇਂ ਕੰਚਨ ਗੁਪਤਾ RRF ਦੇ ਡਾਇਰੈਕਟਰ ਜਨਰਲ ਨੇ। ਦੇਖੋ ਇਹਨਾਂ ਦੇ ਪ੍ਰਧਾਨ ਜੋ ਵੀ ਸੰਸਥਾ ਦੇ ਮੈਂ ਤੁਹਾਨੂੰ ਕਰਾਵਾਂਗਾ, ਤੁਸੀਂ ਇੱਕ ਵਾਰ ਚੈੱਕ ਕਰ ਲੈਣਾ ਵੀ ਉਹੀ ਹੈ ਕਿ ਕੋਈ ਚੇਂਜ ਹੋਏ, ਜੇ ਨਵੇਂ ਹੈ ਤਾਂ ਇਹਨਾਂ ਦੀ ਥਾਂ ਤੇ ਨਵਿਆਂ ਨੂੰ ਸਥਾਨ ਦੇਣਾ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਹੈ। ਇਸ ਸੰਸਥਾ ਦਾ ਮੁੱਖ ਕੰਮ ਹੁੰਦਾ ਹੈ ਜਨਤਕ ਲਾਇਬ੍ਰੇਰੀਆਂ ਤੇ ਪੇਂਡੂ ਲਾਇਬ੍ਰੇਰੀ। ਇਹ ਕੁਐਸਚਨ ਬਹੁਤ ਸੋਹਣਾ ਹੈ, ਸਿੱਧਾ ਇਹ ਪੁੱਛਦਾ ਹੁੰਦਾ ਹੈ ਕਿ RRF ਦਾ ਮੁੱਖ ਕੰਮ ਕੀ ਹੈ। ਇਸ ਦਾ ਕੰਮ ਹੈ ਜੋ ਪਬਲਿਕ ਲਾਇਬ੍ਰੇਰੀਜ਼ ਨੇ ਅਤੇ ਜੋ ਵਿਲੇਜ ਲਾਇਬ੍ਰੇਰੀ ਨੇ ਇਹਨਾਂ ਦਾ ਵਿਕਾਸ ਕਰਨਾ ਹੈ। ਇਸ ਸੰਸਥਾ ਦੁਆਰਾ ਭਾਰਤੀ ਜਨਤਕ ਲਾਇਬ੍ਰੇਰੀਆਂ ਨੂੰ ਦੋ ਪ੍ਰਕਾਰ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇੱਕ ਹੁੰਦੀ ਹੈ ਮੈਚਿੰਗ ਗ੍ਰਾਂਟ, ਦੂਜੀ ਹੁੰਦੀ ਹੈ ਨॉन ਮੈਚਿੰਗ ਗ੍ਰਾਂਟ। ਪਹਿਲਾਂ ਆਪਾਂ ਪੜਾਂਗੇ ਮੈਚਿੰਗ ਗ੍ਰਾਂਟ ਕਿਹਨਾਂ ਨੂੰ ਦਿੱਤੀ ਜਾਂਦੀ ਹੈ। ਜੋ ਹਰ ਇੱਕ ਰਾਜ ਦੇ ਵਿੱਚ ਸਟੇਟ ਸੈਂਟਰ ਲਾਇਬ੍ਰੇਰੀ ਹੁੰਦੀ ਹੈ ਅਤੇ ਡਿਸਟ੍ਰਿਕਟ ਲਾਇਬ੍ਰੇਰੀਆਂ ਨੇ, ਉਹਨਾਂ ਨੂੰ ਮੁਫਤ ਦੇ ਵਿੱਚ ਕਿਤਾਬਾਂ ਜਿਹੜਾ ਹੈ ਉਹ RRF ਦਿੰਦਾ ਹੈ। ਇਸ ਤੋਂ ਇਲਾਵਾ ਮੈਚਿੰਗ ਗ੍ਰਾਂਟ ਦੇ ਤਹਿਤ ਅਲਮਾਰੀਆਂ, ਫਰਨੀਚਰ ਆਦਿ ਖਰੀਦਣ ਦੀ ਵੀ ਸਹਾਇਤਾ ਦਿੱਤੀ ਜਾਂਦੀ ਹੈ। ਅੱਗੇ ਆਪਾਂ ਕਰੀਏ, ਪੇਂਡੂ ਖੇਤਰਾਂ ਵਿੱਚ ਚਲਾ ਰਹੇ ਲਾਇਬ੍ਰੇਰੀ ਔਨ ਵੈਲ ਨੂੰ ਵੀ ਆਰਥਿਕ ਸਹਾਇਤਾ ਹੈ ਉਹ RRF ਦੁਆਰਾ ਦਿੱਤੀ ਜਾਂਦੀ ਹੈ। ਅੱਗੇ ਆਪਾਂ RRF ਦੀ ਹਰੇਕ ਰਾਜ ਦੇ ਵਿੱਚ ਇੱਕ ਰਾਜ ਪੱਧਰੀ ਕਮੇਟੀ ਮਤਲਬ ਸਟੇਟ ਲੈਵਲ ਕਮੇਟੀ ਹੈ, ਜਿਸ ਨੂੰ SLC ਸਟੇਟ ਲੈਵਲ ਕਮੇਟੀ ਕਿਹਾ ਜਾਂਦਾ ਹੈ। ਇਹਨਾਂ ਰਾਜ ਪੱਧਰੀ ਕਮੇਟੀ ਦੇ ਮੁਖੀ ਨੂੰ ਕਨਵੀਨਰ ਕਿਹਾ ਜਾਂਦਾ ਹੈ। ਅੱਜ ਇਸ ਸੰਸਥਾ ਦੀ ਪ੍ਰਧਾਨਗੀ ਡਾਇਰੈਕਟਰ ਜਨਰਲ ਦੁਆਰਾ ਕੀਤੀ ਜਾਂਦੀ ਹੈ ਤੇ ਇਸ ਸਮੇਂ ਕੰਚਨ ਗੁਪਤਾ RRF ਦੇ ਡਾਇਰੈਕਟਰ ਜਨਰਲ ਹਨ। ਇਸ ਸੰਸਥਾ ਦਾ ਮੁੱਖ ਕੰਮ ਜਨਤਕ ਲਾਇਬ੍ਰੇਰੀਆਂ ਤੇ ਪੇਂਡੂ ਲਾਇਬ੍ਰੇਰੀਆਂ ਦਾ ਵਿਕਾਸ ਕਰਨਾ ਮੁੱਖ ਕੰਮ ਹੈ। ਇਸ ਸੰਸਥਾ ਦੁਆਰਾ ਭਾਰਤੀ ਜਨਤਕ ਲਾਇਬ੍ਰੇਰੀਆਂ ਨੂੰ ਕੁੱਲ ਦੋ ਪ੍ਰਕਾਰ ਦੀ ਸਹਾਇਤਾ ਦਿੱਤੀ ਜਾਂਦੀ ਹੈ, ਇੱਕ ਮੈਚਿੰਗ ਗ੍ਰਾਂਟ ਅਤੇ ਦੂਜੇ ਨॉन ਮੈਚਿੰਗ ਗ੍ਰਾਂਟ। ਮੈਚਿੰਗ ਗ੍ਰਾਂਟ ਦਾ ਵਿਵਰਣ ਆਪਾਂ ਗੱਲ ਕਰੀਏ, ਰਾਜ ਕੇਂਦਰੀ ਲਾਇਬ੍ਰੇਰੀ ਅਤੇ ਜ਼ਿਲ੍ਹਾ ਲਾਇਬ੍ਰੇਰੀਆਂ ਨੂੰ ਮੁਫਤ ਵਿੱਚ ਕਿਤਾਬਾਂ ਦੇਣਾ। ਦੂਜਾ ਅਲਮਾਰੀਆਂ, ਫਰਨੀਚਰ ਆਦਿ ਖਰੀਦਣ ਦੀ ਸਹਾਇਤਾ ਕਰਨੀ। ਤੀਜਾ ਪੇਂਡੂ ਖੇਤਰਾਂ ਵਿੱਚ ਜਾ ਰਹੇ ਲਾਇਬ੍ਰੇਰੀ ਨॉन ਵੈਲ ਨੂੰ ਆਰਥਿਕ ਸਹਾਇਤਾ ਦੇਣਾ। ਇਹਨਾਂ ਦਾ ਮੁੱਖ ਕੰਮ ਹੁੰਦਾ ਹੈ। ਅੱਗੇ ਆਪਾਂ ਗੱਲ ਕਰੀਏ ਜੋ ਅੱਗੇ ਆਪਾਂ ਚੌਥਾ ਨੰਬਰ ਗੱਲ ਕਰੀਏ ਮੈਚਿੰਗ ਗ੍ਰਾਂਟ ਦੇ ਤਹਿਤ, ਤਾਂ ਮੈਚਿੰਗ ਗ੍ਰਾਂਟ ਦੇ ਵਿੱਚ ਅੱਗੇ ਇਹ ਆ ਰਿਹਾ ਹੈ ਕਿ ਜੋ ਡਿਸਟ੍ਰਿਕਟ ਲਾਇਬ੍ਰੇਰੀ ਦੇ ਅਧੀਨ ਤਹਿਸੀਲ ਲਾਇਬ੍ਰੇਰੀ ਹੁੰਦੀ ਹੈ, ਕੀ ਹੁੰਦੀ ਹੈ, ਜੋ ਡਿਸਟ੍ਰਿਕਟ ਲਾਇਬ੍ਰੇਰੀਆਂ ਦੇ ਤਹਿਤ ਜੋ ਤਹਿਸੀਲ ਲਾਇਬ੍ਰੇਰੀਆਂ ਹੁੰਦੀਆਂ ਨੇ, ਉਹਨਾਂ ਨੇ ਇਹਨਾਂ ਦੀਆਂ ਇਮਾਰਤਾਂ ਬਣਾਉਣ ਦੇ ਲਈ ਵੀ ਅਤੇ ਸੈਮੀਨਾਰ ਦੇ ਲਈ ਅਤੇ ਤਕਨੀਕੀ ਵਿਸ਼ੇ ਦੀ ਟ੍ਰੇਨਿੰਗ ਕਰਾਉਣ ਦੇ ਲਈ ਵੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਸੀ ਸਾਡੀ ਮੈਚਿੰਗ ਗ੍ਰਾਂਟ। ਮੈਚਿੰਗ ਗ੍ਰਾਂਟ ਦੇ ਵਿੱਚ ਆਪਾਂ 4 ਨੰਬਰ ਤੇ ਪੜ੍ਹਿਆ ਹੈ
कि जो डिस्ट्रिक्ट लाइब्रेरियां ने इन्हां दे अधीन तहसील लाइब्रेरियां होंदियां ने, इन्हां ਦੀਆਂ ਇਮਾਰਤਾਂ ਬਣਾਉਣ ਲਈ, ਸੈਮੀਨਾਰ ਕਰਾਉਣ ਦੇ ਲਈ, ਤਕਨੀਕੀ ਵਿਸ਼ੇ ਦੀ ਟ੍ਰੇਨਿੰਗ ਕਰਾਉਣ ਦੇ ਲਈ ਸਹਾਇਤਾ ਹੈ जो RRLF द्वारा मैचिंग ग्रांट के तहत की जाती है। अगर आप नॉन मैचिंग ग्रांट के तहत आप गल करिए तो छोटे बच्चों ਲਈ ਅਤੇ ਜਨਤਕ ਲਾਇਬ੍ਰੇਰੀਆਂ ਵਿੱਚ ਅਲੱਗ ਤੋਂ ਬਾਲ ਵਿਭਾਗ ਬਣਾਉਣ ਦੇ ਲਈ ਸਹਾਇਤਾ ਦਿੱਤੀ ਜਾਂਦੀ ਹੈ। ਅੱਗੇ ਆਪਾਂ ਜਨਤਕ ਲਾਇਬ੍ਰੇਰੀਆਂ ਨੂੰ ਆਪਣੀਆਂ ਸਤਾਵਧੀਆਂ ਬਣਾਉਣ ਦੇ ਲਈ ਨॉन ਮੈਚਿੰਗ ਦੇ ਤਹਿਤ ਸਹਾਇਤਾ ਦਿੱਤੀ ਜਾਂਦੀ ਹੈ। ਅੱਗੇ ਆਪਾਂ ਗੱਲ ਕਰੀਏ ਨੈਸ਼ਨਲ ਲੈਵਲ ਦੀਆਂ ਲਾਇਬ੍ਰੇਰੀਆਂ ਦੇ ਸੈਮੀਨਾਰ ਦੇ ਵਿੱਚ ਵੀ ਸਹਾਇਤਾ ਨॉन ਮੈਚਿੰਗ ਗ੍ਰਾਂਟ ਦੇ ਤਹਿਤ ਕੀਤੀ ਜਾਂਦੀ ਹੈ। ਲੇਕਿਨ ਜੋ ਭਾਰਤੀ ਰਾਜ ਦੇ ਪੂਰਬੀ ਰਾਜਾਂ ਵਿੱਚ स्पेशल नॉन मैचिंग ग्रांट विच अलग तो विवरण है वो RRLF के तहत किया गया। इस संस्था का एक दफ्तर इंग्लैंड के भी है। ये संस्था 2005-6 ईस्वी तो नेहरू नौजवान केंद्र और जिला नौजवान केंद्र, एक क्वेश्चन बढ़िया है, आने वाला क्वेश्चन है, डिस्ट्रिक्ट यूथ रिसोर्स सेंटर के नाल मिल के इस समय काम कर रहा है। अगे BP बुरवा इस संस्था के पहले डायरैक्टर जनरल सन। RRLF कुल 4 सब डिविजनों में वंडिया होया है, जिसके आप गल कर नवी दिल्ली, चेन्नई, मुंबई और गुवाहाटी ये शामिल ने। इस दोबारा समझ लो आराम नाल। देखो मैचिंग ग्रांट के तहत आप कई प्रकार की ग्रांटा पढ़िया ने, जिस 4 नंबर पर आ रहा है जिले पुस्तकालय के अधीन तहसील लाइब्रेरी आती ने। इन्हां दी इमारतां बनाउण सैमीनार करने लई भी तकनीकी विषय की ट्रेनिंग कराउण लई भी सहायता इस दी जाती है। नॉन मैचिंग ग्रांट के तहत छोटे बच्चों लई अते जनतक लाइब्रेरियां विच अलग तो बाल विभाग की स्थापना करना शामिल है। जनतक लाइब्रेरियां नूं अपनी शतावधि मनाउण लई भी सहायता दी जाती है। राष्ट्रीय पद्धर ते लाइब्रेरियां दे सैमीनार लई सहायता इस विच दी जाती है। भारत के पूर्वी राज्यां लई स्पेशल नॉन मैचिंग ग्रांटां दा अलग तो विवरण किया होया। इस संस्था का एक दफ्तर इंग्लैंड विखे स्थित है। यह संस्था 2005-6 तो नेहरू नौजवान केंद्र और जिला नौजवान केंद्र डिस्ट्रिक्ट यूथ रिसोर्स सेंटर के नाम मिल के काम कर रहा है। BP बुरवा RRLF के पहले डायरैक्टर जनरल सन। RRLF में कुल 4 सब डिविजनों में वंडिया गया है, जिस नवी दिल्ली, चेन्नई, मुंबई और गुवाहाटी है जो शामिल हैं। अगे आप गल करिए तो 4 इन्हों आ रहे हैं। ये जो संस्था है कि है RRLF जो संस्था है, इन्हों के कुल 29 उद्देश्य ने, परपज ने। नवी दिल्ली, चेन्नई, गुवाहाटी ये तो इन्हों के डिविजन आ गया। अगे आप गल करिए ये क्वेश्चन बढ़िया था, नेहरू मैमोरियल म्यूजियम जो नवी दिल्ली विखे स्थित है, ये किसके अधीन काम करता है? मिनिस्ट्री ऑफ कल्चर के अधीन काम कर रहा है। परंतु एक हैगा NBT नैशनल बुक ट्रेड जो MHRD नवी दिल्ली के अधीन काम करता है। MHRD का नाम हुण चेंज कर दिता है मेरे ख्याल से, मिनिस्ट्री ऑफ एजुकेशन ने यह जै कर दिता है। ये तुसी इस पे इत्थे कुरैक्शन कर लेनी है, कुरैक्शन होएगा तुहाडा। ये इंटरनेट पर वेख के सर्च कर लिया जे, न्यू नेम ऑफ MHRD मेरे ख्याल से मिनिस्ट्री ऑफ एजुकेशन होना चाहिए है, ये हुण कर दिता गया। अगे आप पढ़िए तो इसके RRLF के कुल 29 उद्देश्य ने। इस तो आप गल करिए द नेहरू मैमोरियल म्यूजियम जो नवी दिल्ली विखे है, ये RRLF मिनिस्ट्री ऑफ कल्चर के अधीन काम करता है, उवें उस अधीन ये काम करता है। परंतु NBT नैशनल बुक ट्रस्ट MHRD नवी दिल्ली के अधीन जो है ये काम करे। अगे आप गल करिए पब्लिकेशन प्रकाशन की गल करिए, RRLF के मुख्य प्रकाशन की आप गल करिए तो RRLF के मुख्य प्रकाशन आता है RRLF के पब्लिकेशन विचों कई बार क्वेश्चन है जो वो बन के साढ़े सामने आता है। तो RRLF के पब्लिकेशन आप गल करिए तो इस है टैगोर बिबलियोग्राफी, बहुत बढ़िया क्वेश्चन है। RRLF के पब्लिकेशंस टैगोर बिबलियोग्राफी, डायरेक्टरीज ऑफ पब्लिक लाइब्रेरीज इंडिया, ग्रंथाना, RRLF न्यूज़ लेटर बाय मंथली है, ये एनुअल रिपोर्ट, ये सारे किन्हां दे प्रकाशन ने? RRLF के प्रकाशन ने। RRLF प्रमुख प्रकाशनों की पढ़िया है? टैगोर बिबलियोग्राफी, डायरेक्टरीज ऑफ पब्लिक लाइब्रेरीज इंडिया, ग्रंथाना, RRLF न्यूज़ लेटर बाय मंथली है, एनुअल रिपोर्ट। ये इस प्रकार अपना RRLF का जो टॉपिक है वो कंप्लीट होता है। सारिਆਂ ਨੂੰ न्यून प्रणाम, नमस्कार, धन्यवाद।